ਆਦ ਕੀਆਂ ਕਥਾ ਕਹਾਣੀਆਂ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰ ਕੀਨੀ ਕਿਰਪਾ ਹਰ ਨਾਮ ਦਿਓ ਜਿਸ ਦੇਖ ਚਰਨ ਅਗਨ ਹਰਿਓ ਨਿਸਬਾਸੁਰ ਏਕ ਸਮਾਨ ਧਿਆਨ ਸੋ ਨਾਮ ਸੁਨੇ ਸੁਤ ਭਾਨ ਡਰਿਓ ਭਨ ਦਾਸ ਸੁਆਸ ਜਗਤਰ ਗੁਰੂ ਕੀ ਪਾਰਸ ਭੇਟ ਪਰਸ ਕਰਿਓ ਰਾਮਦਾਸ ਗੁਰੂ ਹਰ ਸਤ ਕੀਓ ਸਮਰੱਥ ਗੁਰੂ ਸਿਰ ਹੱਥ ਧਰਿਓ। ਕਾਬਲੇ ਅਦਬ ਪਰਮ ਸਨਮਾਨਯੋਗ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰੂ ਕੀ ਬਾਤ ਗੁਰੂ ਕੇ ਬਚਨ ਸਰਵਣ ਕਰਨ ਦਾ ਲਾਹਾ ਪ੍ਰਾਪਤ ਕਰ ਰਹੇ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ, ਅੱਜ ਆਪਾਂ ਚੌਥੇ ਗੁਰਦੇਵ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਹੋਣਾ ਦੇ ਪਾਵਨ ਪਵਿੱਤਰ ਗੁਰਤਾ ਗੱਦੀ ਦਿਵਸ ਦੇ ਪਾਵਨ ਇਤਿਹਾਸ ਦੀ ਸਾਂਝ ਪਾਵਾਂਗੇ। ਤੋ ਕਰੋ ਕਿਰਪਾ ਬਖਸ਼ੋ ਅਸੀਸ। ਵਿਚਾਰਾਂ ਦੀ ਪ੍ਰਾਰੰਭਤਾ ਕਰਨ ਤੋਂ ਪਹਿਲਾਂ ਸਹਿਬੇ ਕਮਾਲ ਕਿਰਪਾਲੂ ਪਿਤਾ ਬਾਦਸ਼ਾਹ ਦਰਵੇਸ਼ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੋਣਾ ਦੁਆਰਾ ਬਖਸ਼ਿਸ਼ ਕੀਤੀ ਹੋਈ ਫਤਿਹ ਦੋਨੇ ਹੱਥ ਜੋੜ ਸੀਸ ਝੁਕਾ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਹੋਣਾ ਦਾ ਜਦੋਂ ਅਸੀਂ ਪਾਵਨ ਇਤਿਹਾਸ ਪੜ੍ਹਦੇ ਹਾਂ, ਦਰਸ਼ਨ ਕਰਦੇ ਹਾਂ, ਤੋ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਨੇ, ਮੇਰਾਮਤ ਕਰਦੇ ਆ, ਰਹਿਮਤ ਕਰਦੇ ਆ। ਗੁਰੂ ਅਮਰਦਾਸ ਮਹਾਰਾਜ ਜੀ ਗੁਰੂ ਅੰਗਦ ਦੇ ਪਾਤਸ਼ਾਹ ਦੀ ਅਜੇ ਸੇਵਾ ਵਿੱਚ ਨੇ, ਕਿਉਂਕਿ ਗੁਰੂ ਰਾਮਦਾਸ ਜੀ ਹੋਣਾ ਦਾ ਜਿਹੜਾ ਪ੍ਰਕਾਸ਼ ਆ ਉਹ 1534 ਦਾ ਹੈ ਤੇ 1541 ਤੱਕ ਉਹਨਾਂ ਦੇ ਮਾਤਾ ਪਿਤਾ ਦੋਨੋਂ ਅਕਾਲ ਚਲਾਣਾ ਕਰ ਜਾਂਦੇ। ਕੇਵਲ 7 ਸਾਲ ਦੀ ਮਹਾਰਾਜ ਦੀ ਉਮਰ ਆ ਤੇ ਉਦੋਂ ਤੱਕ ਮਾਤਾ ਜੀ ਵੀ ਤੇ ਪਿਤਾ ਜੀ ਵੀ ਦੋਨੋਂ ਅਕਾਲ ਚਲਾਣਾ ਕਰ ਜਾਂਦੇ। ਉਹਦੇ ਤੋਂ ਬਾਅਦ ਫਿਰ ਮਹਾਰਾਜ ਆਪਣੇ ਨਾਨਕੇ ਨਗਰ ਬਾਸਰਕੇ ਪਿੰਡ, ਜਿੱਥੇ ਗੁਰਦੁਆਰਾ ਸੰਨ ਸਾਹਿਬ ਦੇ ਆਪ ਜੀ ਦਰਸ਼ਨ ਕਰਦੇ ਹੋ, ਇਹ ਗੁਰੂ ਅਮਰਦਾਸ ਮਹਾਰਾਜ ਜੀ ਦਾ ਆਪਣਾ ਜੱਦੀ ਨਗਰ ਹੈ ਤੇ ਗੁਰੂ ਰਾਮਦਾਸ ਜੀ ਦਾ ਇਹ ਨਾਨਕਾ ਪਿੰਡ ਹੈ। ਉੱਥੇ ਉਹਨਾਂ ਨੂੰ ਨਾਨੀ ਮਾਤਾ ਲੈ ਆਉਂਦੀ, ਕਿਉਂਕਿ ਸ਼ਰੀਕਾ ਭਾਈਚਾਰਾ ਲਾਹੌਰ ਦੀ ਧਰਤੀ 'ਤੇ ਚੂਨਾ ਮੰਡੀ ਵਿੱਚ ਕੋਈ ਉਹਨਾਂ ਨੂੰ ਆਸਰਾ ਨਹੀਂ ਦਿੰਦਾ, ਕੋਈ ਆਉਂਦਾ ਬੁਲਾਉਂਦਾ ਨਹੀਂ, ਇਹੋ ਜਿਹੇ ਤਰੀਕੇ ਤੋਂ ਆਂਦੇ ਮੇਰੇ ਕੋਲੇ ਆ ਜਾਓ। ਗੁਰੂ ਰਾਮਦਾਸ ਜੀ ਨੇ ਘੁੰਗਣੀਆਂ ਦੀ ਕਾਰ, ਘੁੰਗਣੀਆਂ ਵੇਚਣ ਦਾ ਜਿਹੜਾ ਕੰਮ ਹੈ ਇਹ ਲਾਹੌਰ ਵੀ ਕੀਤਾ, ਬਾਸਰਕੇ ਵੀ ਕੀਤਾ। ਜਦੋਂ ਮਹਾਰਾਜ ਬਾਸਰਕੇ ਆਏ ਤੇ ਅਕਸਰ ਪਿੰਡਾਂ ਨਗਰਾਂ ਦਾ ਇੱਕ ਰਿਵਾਜ਼ ਵੀ ਕਿਸੇ ਦੇ ਖੁਸ਼ੀ ਹੋਵੇ ਉਹਦਾ ਵੀ ਲੋਕਾਂ ਨੂੰ ਪਿੰਡ 'ਚ ਪਤਾ ਹੁੰਦਾ, ਫਲਾਣੇ ਵੱਲ ਉਹਦੇ ਵਿਆਹ ਹੈ ਜਾਂ ਕੋਈ ਧੀ ਪੁੱਤ ਹੋਇਆ ਜਾਂ ਉਹਨੇ ਘਰ ਨਵਾਂ ਬਣਾਇਆ ਤੇ ਕੋਈ ਟ੍ਰੈਜਡੀ, ਕੋਈ ਕਿਸੇ ਤਰ੍ਹਾਂ ਦਾ ਕਿਸੇ ਨਾਲ ਦੁਖਾਂਤ ਵੀ ਵਾਪਰਿਆ ਹੋਵੇ, ਉਹਦਾ ਵੀ ਲੋਕਾਂ ਨੂੰ ਪਤਾ ਹੁੰਦਾ ਤੇ ਇੱਕ ਦੂਸਰੇ ਦੇ ਨਾਲ ਹਮਦਰਦੀ ਕਰਦੇ ਆ। ਸ਼ਹਿਰਾਂ ਵਿੱਚ ਵੀ ਇਸ ਤਰ੍ਹਾਂ ਹੈ, ਪਰ ਸ਼ਹਿਰਾਂ 'ਚ ਪਤਾ ਘੱਟ ਲੱਗਦਾ ਵੀ ਕਿਸ ਨਾਲ ਕੀ ਹੋਇਆ ਕਿਸ ਤਰ੍ਹਾਂ। ਪਿੰਡ 'ਚ ਜ਼ਿਆਦਾ ਖਬਰ ਜਿਹੜੀ, ਕਿਉਂਕਿ ਘਰ ਥੋੜ੍ਹੇ ਹੁੰਦੇ, ਛੇਤੀ ਪਤਾ ਲੱਗ ਜਾਂਦਾ ਇੱਕ ਦੂਸਰੇ ਤਾਈਂ। ਜਦੋਂ ਪਤਾ ਲੱਗਾ ਵੀ ਇਹਨਾਂ ਦੇ ਫਲਾਣਿਆਂ ਦੀ ਧੀ ਵੀ ਚੜ੍ਹਾਈ ਕਰ ਗਈ, ਜਵਾਈ ਵੀ, ਤੇ ਛੋਟਾ ਜਿਹਾ ਦੋਤਰਾ ਹੈ ਜਿਹਨੂੰ ਮਾਂ ਲੈ ਕੇ ਕੋਲ, ਲੋਕ ਆਏ ਹਮਦਰਦੀ ਕਰਨ ਲਈ। ਸਬੱਬ ਨਾਲ ਬਾਬਾ ਅਮਰਦਾਸ ਜੀ ਗੁਰੂ ਅੰਗਦ ਦੇ ਪਾਤਸ਼ਾਹ ਤੋਂ ਆਗਿਆ ਲੈ ਕੇ ਪਰਿਵਾਰ ਨੂੰ ਮਿਲਣ ਆਏ ਹੋਏ ਸੀ। ਉਹ ਜਦੋਂ ਮਹਾਰਾਜ ਜੀ ਦੇ ਨਾਨਕਿਆਂ ਦੇ ਘਰ ਗਏ ਤੇ ਗੱਲ ਹੋਈ, ਕੋਈ ਉਹਨਾਂ ਨਾਲ ਹਮਦਰਦੀ ਕਰਦਿਆਂ ਕਹਿ ਰਹੇ ਸੀ, ਹਾਏ ਛੋਟਾ ਜਿਹਾ ਕੀ ਕਰੇਗਾ,
ਕੋਈ ਕਹਿੰਦਾ ਸੀ ਹਾਏ ਨਾ ਮਾਂ ਨਾ ਪਿਓ, ਦੋਵਾਂ 'ਚੋਂ ਇੱਕ ਹੀ ਹੁੰਦਾ ਕਮ ਸੇ ਕਮ। ਕੋਈ ਕਹਿੰਦਾ ਸੀ ਨਾਨੀ ਵੀ ਵਿਚਾਰੀ ਕਿੰਨਾ ਕੁ ਚਿਰ, ਵੀ ਨਦੀ ਕਿਨਾਰੇ ਰੁੱਖੜਾ ਹੈ। ਕੋਈ ਕਹਿੰਦਾ ਗਰੀਬ ਹੈ, ਆਪ ਵੀ ਰੋਟੀ ਕਿਵੇਂ ਖਾਊ, ਇਹ ਤਾਂ ਆਪਣਾ ਆਪਾਂ ਸੰਭਾਲਣ ਜੋਗੀ ਨਹੀਂ, ਇਹਨੂੰ ਕੀ ਕਰੇਗੀ। ਬੜੀਆਂ ਚੀਜ਼ਾਂ। ਜਦੋਂ ਬਾਬਾ ਅਮਰਦਾਸ ਜੀ ਆਏ ਨਾ ਉੱਥੇ, ਤੇ ਮਹਾਰਾਜ ਗੁਰੂ ਰਾਮਦਾਸ ਜੀ ਨੇ ਉਹਨਾਂ ਦੇ ਚਰਨੀ ਹੱਥ ਲਾ ਕੇ ਮੱਥਾ ਟੇਕਿਆ। ਤੇ ਬਾਬਾ ਅਮਰਦਾਸ ਜੀ ਇੱਕ ਬਚਨ ਕਹਿੰਦੇ ਜੇਠਿਆ ਬੱਚਿਆ, ਮੈਨੂੰ ਨਹੀਂ ਪਤਾ ਤੈਨੂੰ ਕਿਸ ਨੇ ਕੀ ਕਿਹਾ, ਕਿਸੇ ਨੇ ਕੀ ਕਿਹਾ, ਪਰ ਮੈਂ ਤੈਨੂੰ ਇੱਕੋ ਹੀ ਗੱਲ ਕਹਾਂਗਾ। ਇਹ ਕੋਈ ਤੈਨੂੰ ਯਤੀਮ ਕਹਿੰਦਾ, ਕੋਈ ਅਨਾਥ ਕਹਿੰਦਾ, ਕੋਈ ਕੁਝ ਕਹਿੰਦਾ, ਮੈਂ ਤੈਨੂੰ ਇੱਕੋ ਗੱਲ ਕਹਾਂਗਾ ਕਿ ਜਿਹਦਾ ਸੰਸਾਰ 'ਤੇ ਕੋਈ ਨਹੀਂ ਨਾ ਹੁੰਦਾ, ਉਹਦਾ ਗੁਰੂ ਨਾਨਕ ਹੈ। ਤੇ ਜਿਹਦਾ ਗੁਰੂ ਨਾਨਕ ਹੋ ਜਾਏ, ਉਹ ਦੁਨੀਆ 'ਤੇ ਕਦੀ ਯਤੀਮ ਜਾਂ ਅਨਾਥ ਨਹੀਂ ਰਹਿੰਦਾ। ਔਰ ਇਹ ਭਰੋਸਾ ਰੱਖੀ। ਇਹ ਬਚਨ ਉਹਨਾਂ ਨੇ ਬਾਬਾ ਜੇਠਾ ਜੀ ਦੇ ਰੂਪ ਵਿੱਚ ਇਹਨਾਂ ਘੁੱਟ ਕੇ ਪੱਲੇ ਬੰਨਿਆ। ਗੁਰੂ ਅਮਰਦਾਸ ਮਹਾਰਾਜ 1540 ਤੋਂ ਲੈ ਕੇ 1552 ਤੱਕ 12 ਸਾਲ ਸੇਵਾ ਕਰਦੇ ਆ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਚਰਨਾਂ ਵਿੱਚ। 1552 'ਚੋਂ ਤਖਤ 'ਤੇ ਬਿਰਾਜਮਾਨ ਹੁੰਦੇ ਤੇ ਗੋਇੰਦਵਾਲ ਸਾਹਿਬ ਪਹਿਲਾਂ ਵਸਾ ਲਿਆ ਗਿਆ ਸੀ। ਮਹਾਰਾਜ ਆਪਣੇ ਪਰਿਵਾਰ ਨੂੰ ਜਦੋਂ ਗੋਇੰਦਵਾਲ ਸਾਹਿਬ ਲੈ ਕੇ ਜਾਣ ਵਾਸਤੇ ਆਉਂਦੇ, ਵੀ ਹੁਣ ਬਾਸਰਕੇ ਤੋਂ ਗੋਇੰਦਵਾਲ ਸਾਹਿਬ ਆ ਜਾਓ, ਉਦੋਂ ਬਾਬੇ ਜੇਠੇ ਨੂੰ ਵੀ ਆਖਦੇ ਵੀ ਤੂੰ ਵੀ ਉੱਥੇ ਆ ਜਾ, ਘੁੰਗਣੀਆਂ ਦੀ ਕਾਰ ਸੇਵਾ ਉੱਥੇ ਤੂੰ ਆਪਣਾ ਕਿਰਤ ਕਰ ਲਈ। ਪੱਤਣ ਹੈ, ਲੋਕ ਲੰਘਦੇ ਨੇ, ਬਿਆਸਾ ਪਾਰ ਕਰਦੇ, ਉੱਥੇ ਤੂੰ ਇਹ ਕੰਮ ਕਰ ਲਈ, ਤੇਰੀ ਕਿਰਤ ਚੱਲੀ ਜਾਏਗੀ। ਉਹ ਹੁਣ ਕਿਉਂਕਿ 1552 ਤੱਕ ਜੇ ਤੁਸੀਂ ਵੇਖੋ, ਮਹਾਰਾਜ ਦਾ 1534 ਦਾ ਪ੍ਰਕਾਸ਼ ਹੈ। ਉਸ ਵਕਤ ਗੁਰੂ ਰਾਮਦਾਸ ਮਹਾਰਾਜ ਬਾਬਾ ਜੇਠਾ ਜੀ ਦੇ ਰੂਪ ਵਿੱਚ ਉਹ 18 ਸਾਲ ਦੇ ਲਗਭਗ ਹੋ ਚੁੱਕੇ ਸਨ। ਹੁਣ ਜਦੋਂ ਉੱਥੇ ਆ ਕੇ ਉਹਨਾਂ ਸ਼ੁਰੂ ਕੀਤਾ ਕਾਰਜ, ਘੁੰਗਣੀਆਂ ਵੇਚਦੇ, ਇਹ ਕਾਰਜ ਕਰਦੇ, ਔਰ ਨਾਲ ਨਾਲ ਬੌਲੀ ਸਾਹਿਬ ਦੀ ਸੇਵਾ ਸ਼ੁਰੂ ਹੋਈ, ਸੇਵਾ ਵੀ ਸ਼ੁਰੂ ਕਰਤੀ। ਗੱਲ ਚੱਲੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਧੀ ਬੀਬੀ ਭਾਨੀ ਜੀ, ਵੀ ਉਹਨਾਂ ਵਾਸਤੇ ਹੁਣ ਕੋਈ ਵਰ ਟੋਲਣਾ ਹੈ, ਕੋਈ ਬੱਚਾ ਵੇਖਣਾ ਹੈ। ਤੇ ਗੁਰੂ ਅਮਰਦਾਸ ਮਹਾਰਾਜ ਆਪਣੇ ਮਹਿਲ ਆਪਣੀ ਪਤਨੀ ਤੋਂ ਪੁੱਛਦੇ ਵੀ ਆਪਣੀ ਭਾਨੀ ਵਾਸਤੇ ਕਿਹੋ ਜਿਹਾ ਵਰ ਘਰ ਚਾਹੀਦਾ। ਉਹਨਾਂ ਨਾ ਬਾਬਾ ਜੇਠਾ ਜੀ ਵੱਲ, ਧੰਨ ਗੁਰੂ ਰਾਮਦਾਸ ਜੀ ਮਹਾਰਾਜ ਵੱਲ ਹੱਥ ਕਰਕੇ ਕਹਿੰਦੇ, ਸਾਹਮਣੇ ਟੋਕਰੀ ਸੁੱਟ ਕੇ ਆ ਰਹੇ ਸਨ, ਕਹਿੰਦੇ ਇਹਦੇ ਵਰਗਾ ਸੁਭਾਅ ਹੋਵੇ, ਇਹਦੇ ਵਰਗਾ ਕੱਦ ਕਾਠ ਹੋਵੇ, ਇਹਦੇ ਐਸਾ ਹੋਵੇ, ਆਹ ਹੋਵੇ। ਤੇ ਗੁਰੂ ਅਮਰਦਾਸ ਮਹਾਰਾਜ ਮਿਹਰ ਦੇ ਘਰ ਵਿੱਚ ਆ ਕੇ ਕਹਿੰਦੇ ਨੇ, ਭਾਗਾਂ ਵਾਲੀਏ, ਇਹਦੇ ਵਰਗਾ ਤੇ ਬਸ ਫਿਰ ਇਹੋ ਹੀ ਹੈ, ਇਹਦੇ ਵਰਗਾ ਦੂਜਾ ਕੋਈ ਨਹੀਂ ਹੈ, ਫਿਰ ਇਹ ਹੀ ਕਿਉਂ ਨਾ ਹੋਵੇ। ਜਦੋਂ ਹੁਣ ਵੇਖੋ ਰਿਸ਼ਤਾ ਕਰ ਦਿੱਤਾ, ਤੇ ਮਹਾਰਾਜ ਨੇ ਵੀ ਆਖਿਆ, ਜੇਠਿਆ ਤੇਰੇ ਮਾਤਾ ਪਿਤਾ ਹੁੰਦੇ, ਤੇਰਾ ਘੋਰ ਹੁੰਦਾ, ਤੇ ਅਸੀਂ ਇਹ ਗੱਲਾਂ ਉਹਦੇ ਨਾਲ ਕਰਨੀਆਂ ਸਨ, ਤੇ ਹੁਣ ਤੇਰੇ ਨਾਲ ਹੀ ਗੱਲ ਕਰਨੀ ਪੈਣੀ, ਤੇਰੀ ਕੋਈ ਮੰਗ ਹੋਵੇ, ਤੂੰ ਕੋ ਚਾਹੁੰਦਾ ਹੋਵੇਂ। ਤੇ ਇਹ ਗੁਰਮੁਖਾਂ ਨੇ ਬਚਨ ਲਿਖੇ। ਜਦੋਂ ਮਹਾਰਾਜ ਫਿਰ ਗੱਦੀ ਤੇ ਬੈਠੇ ਨਾ ਗੁਰੂ ਰਾਮਦਾਸ ਜੀ, ਉਹਨਾਂ ਨੇ ਤਖਤ ਤੇ ਬੈਠ ਕੇ, ਕਿਉਂਕਿ ਜੋਤ ਅੰਦਰ ਨਿਵਾਸ ਕੀਤੀ, ਫਿਰ ਹੀ ਬਾਣੀ ਉਚਾਰਨ ਹੋਈ, ਉਦੋਂ ਫਿਰ ਇਹ ਬਚਨ ਵਰਤੇ ਨੇ ਜੋ ਆਪਾਂ ਪੜ੍ਹਦੇ ਹਾਂ ਰਹਿਰਾਸ ਸਾਹਿਬ ਵਿੱਚ। ਰਾਗ ਗੂਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰ ਪਾਸ, ਹਮ ਕੀਰੇ ਕਿਰਮ ਸਤਿਗੁਰ ਸ਼ਰਣਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ, ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ, ਹਰ ਕੀਰਤ ਹਮਰੀ ਰਹਿ ਰਾਸ। ਇਹੀ ਮੇਰੀ ਪੂੰਜੀ, ਇਹੋ ਹੀ ਦਾਤ ਮੈਨੂੰ ਦਿਓ। ਕਿਉਂਕਿ ਜਿਸ ਦਾਤੇ ਨੇ ਬਚਨ ਬਖਸ਼ਿਸ਼ ਕੀਤੇ ਆ, ਆਪਾਂ ਪੜ੍ਹਦੇ ਹਾਂ ਬਾਣੀ ਦੇ ਅੰਦਰ, ਹਰ ਪ੍ਰਭ ਮੇਰੇ ਬਾਬੁਲਾ, ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜੋ ਹਰ ਸ਼ੋਭਾ ਦੇਵੋ, ਜਿਤ ਸਵਰੈ ਮੇਰਾ ਕਾਜੋ। ਮਹਾਰਾਜ ਆਨੰਦ ਕਾਰਜ ਹੋ ਗਿਆ, ਹੁਣ ਗੁਰੂ ਘਰ ਦੇ ਜਮਾਤਾ ਬਣ ਗਏ, ਜਵਾਈ। ਲੇਕਿਨ ਜਿਹੋ ਜਿਹਾ ਉਹਨਾਂ ਦਾ ਸੁਭਾਅ ਜਾਂ ਕਿਰਤ ਸੇਵਾ ਪਹਿਲਾਂ ਸੀ, ਸ਼ਾਦੀ ਤੋਂ ਬਾਅਦ ਵੀ ਉਹੋ ਹੀ ਰਹੀ। ਸੇਵਾ ਕਰਦੇ ਨੇ। ਗੋਇੰਦਵਾਲ ਸਾਹਿਬ ਰਹਿੰਦੇ ਮਹਾਰਾਜ ਜੀ ਦੇ ਘਰ 3 ਸਪੁੱਤਰਾਂ ਦੀ ਆਮਦ ਹੋਈ ਹੈ। ਸਭ ਤੋਂ ਵੱਡੇ ਬਾਬਾ ਪ੍ਰਿਥੀ ਚੰਦ ਜੀ, ਉਹਨਾਂ ਤੋਂ ਬਾਅਦ ਬਾਬਾ ਮਹਾਂਦੇਵ ਜੀ, ਤੇ ਸਭ ਤੋਂ ਛੋਟੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ। ਔਰ ਜਿਸ ਵਕਤ ਸੇਵਾ ਕਰਦਿਆਂ ਕਰਦਿਆਂ ਹੁਣ ਸੰਗਤ ਦੇਖਦੀ ਆ,
ਮਹਾਰਾਜ ਬੀਬੀ ਦਾਨੀ ਜੀ ਹੁਣਾਂ ਦੇ ਪਤੀ ਭਾਈ ਰਾਮਾ ਜੀ ਤੇ ਬੀਬੀ ਭਾਨੀ ਜੀ ਦੇ ਪਤੀ ਭਾਈ ਜੇਠਾ ਬਾਬਾ ਜੇਠਾ ਜੀ ਗੁਰੂ ਰਾਮਦਾਸ ਜੀ ਸੇਵਾ ਕਰਦੇ ਆ। ਹੁਣ ਪਰ ਸੰਗਤ ਦਾ ਧਿਆਨ ਗਿਆ ਵੀ ਮਹਾਰਾਜ ਇਹਨਾਂ ਵਿੱਚੋਂ ਗੱਦੀ ਕਿਸ ਨੂੰ ਦੇਣਗੇ, ਤਖਤ ਕਿਸ ਨੂੰ ਦੇਣਗੇ। ਤਾਂ ਗੁਰੂ ਪਾਤਸ਼ਾਹ ਮਹਾਰਾਜ ਤੱਕ ਇਹ ਗੱਲ ਪਹੁੰਚੀ ਤੇ ਸਤਿਗੁਰਾਂ ਨੇ ਕਸਵੱਟੀ ਲਾ ਦਿੱਤੀ। ਤੇ ਕਸਵੱਟੀ ਕੀ ਲਾਈ? ਮਹਾਰਾਜ ਜੀ ਕਹਿੰਦੇ ਭਾਈ ਤੁਸੀਂ ਦੋਨਾਂ ਨੇ ਥੜੇ ਬਣਾਉਣੇ ਆ ਤੇ ਜਿਵੇਂ ਮੈਂ ਕਹਾਂ ਉਸ ਤਰੀਕੇ ਦੇ ਨਾਲ ਬਣਾਉਣੇ ਆ, ਫਿਰ ਮੈਂ ਸਵੇਰੇ ਆ ਕੇ ਵੇਖਾਂਗਾ। ਥੜੇ ਬਣਾਉਣ ਦੀ ਕਾਰ ਆਰੰਭ ਹੋਈ। ਭਾਈ ਰਾਮਾ ਜੀ ਨੇ ਵੀ ਬਣਾਇਆ, ਗੁਰੂ ਰਾਮਦਾਸ ਜੀ ਨੇ ਵੀ ਬਣਾਇਆ। ਮਹਾਰਾਜ ਸਵੇਰੇ ਕਹਿ ਕੇ ਗਏ, ਸ਼ਾਮਾਂ ਨੂੰ ਆਏ, ਕਹਿੰਦੇ ਭਾਈ ਉਹੋ ਜਿਹੇ ਨਹੀਂ ਬਣੇ ਜਿਵੇਂ ਮੈਂ ਕਿਹਾ ਸੀ, ਢਾਹ ਦਿਓ। ਢਾਹ ਦਿੱਤੇ। ਅਗਲੇ ਦਿਨ ਫਿਰ ਬਣਾਉਣ ਲਈ ਆਖਿਆ, ਫਿਰ ਬਣਾਏ। ਮਹਾਰਾਜ ਸ਼ਾਮਾਂ ਨੂੰ ਆਏ, ਕਹਿੰਦੇ ਉਹੋ ਜਿਹੇ ਨਹੀਂ ਬਣੇ ਜਿਹੋ ਜਿਹੇ ਮੈਂ ਬਣਾਉਣ ਲਈ ਭਾਈ ਰਾਮਾ ਜੀ ਨੂੰ ਆਖਿਆ। ਉਹ ਥੋੜ੍ਹੇ ਤਲਖੀ 'ਚ ਆ ਗਏ, ਕਹਿੰਦੇ ਜੀ ਉਹੋ ਜਿਹਾ ਹੀ ਤਾਂ ਬਣਿਆ ਆ, ਤੁਹਾਨੂੰ ਪਤਾ ਨਹੀਂ ਕਿਉਂ ਨਹੀਂ ਪਸੰਦ ਆਇਆ। ਪਰ ਜਦੋਂ ਗੁਰੂ ਰਾਮਦਾਸ ਜੀ ਨੂੰ ਆਖਿਆ, ਉਹਨਾਂ ਉਸੇ ਟਾਈਮ ਢਾਹ ਦਿੱਤਾ। ਕਹਿੰਦੇ ਜੀ ਕੋਈ ਗੱਲ ਨਹੀਂ। ਅਗਲੇ ਦਿਨ ਫਿਰ ਬਣਾਉਣ ਦੀ ਬਾਤ। ਹੁਣ ਜਦੋਂ ਮਹਾਰਾਜ ਕਹਿੰਦੇ ਉਹੋ ਜਿਹਾ ਨਹੀਂ ਬਣਿਆ, ਭਾਈ ਰਾਮਾ ਜੀ ਕਹਿੰਦੇ ਜੀ ਅਸਲ ਵਿੱਚ ਮੈਂ ਤਾਂ ਜਿਵੇਂ ਤੁਸੀਂ ਕਿਹਾ ਉੱਦਾਂ ਹੀ ਬਣਾਇਆ, ਤੁਹਾਡੀ ਅਸਲ ਵਿੱਚ ਨਾ ਉਮਰ ਜ਼ਿਆਦਾ ਹੋ ਗਈ, ਤੁਸੀਂ ਜੋ ਸਵੇਰੇ ਕਹਿ ਕੇ ਜਾਂਦੇ ਹੋ ਤੁਹਾਨੂੰ ਸ਼ਾਮਾਂ ਤੱਕ ਭੁੱਲ ਜਾਂਦਾ। ਉਹਨੇ ਹੁਣ ਗੁਰੂ ਤੱਕ ਇਹੋ ਜਿਹਾ ਬਚਨ ਕਹਿ ਦਿੱਤਾ, ਕਿਉਂਕਿ ਗੁਰੂ ਨੂੰ ਆਮ ਰੂਪ ਜਾਣਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਹੀਂ ਭਾਈ ਢਾਹ ਦੇ, ਜਿਹੋ ਜਿਹਾ ਅਸੀਂ ਚਾਹੁੰਦੇ ਉਹੋ ਜਿਹਾ ਨਹੀਂ ਬਣਿਆ। ਕਿਉਂਕਿ ਇਹ ਬਾਹਰ ਥੜਾ ਨਹੀਂ ਸੀ ਕੇਵਲ, ਅੰਦਰ ਮਹਾਰਾਜ ਉਹ ਥੜਾ ਵੇਖਣਾ ਚਾਹੁੰਦੇ ਸੀ ਧੀਰਜ ਦਾ, ਜਿਹਦੇ ਉੱਤੇ ਗੁਰੂ ਨਾਨਕ ਦੀ ਜੋਤ ਟਿਕਣੀ ਹੈ, ਜਿਹਦੇ ਉੱਤੇ ਮਾਲਕ ਨੇ ਆ ਬੈਠਣਾ। ਗੁਰੂ ਰਾਮਦਾਸ ਮਹਾਰਾਜ ਕੋਲੇ ਗਏ, ਕਹਿੰਦੇ ਭਾਈ ਜੇਠਿਆ ਇਹ ਥੜਾ ਉਹੋ ਜਿਹਾ ਨਹੀਂ ਬਣਿਆ। ਉਹ ਹੱਥ ਜੋੜ ਕੇ ਖਲੋ ਗਏ, ਕਹਿੰਦੇ ਮਹਾਰਾਜ ਮੈਨੂੰ ਖਿਮਾ ਕਰ ਦਿਓ, ਤੁਸੀਂ ਸਾਡੇ ਵਰਗੇ ਮੂਰਖਾਂ ਨੂੰ ਵਾਰ-ਵਾਰ ਸਮਝਾਉਂਦੇ ਹੋ, ਪਰ ਤੁਹਾਡੀ ਬਾਤ ਪਤਾ ਨਹੀਂ ਸਾਡੀ ਮੱਤ ਇੰਨੀ ਛੋਟੀ ਆ, ਸਮਝ 'ਚ ਨਹੀਂ ਆਉਂਦੀ। ਇੱਕ ਮੈਂ ਤੁਹਾਡੇ ਅੱਗੇ ਬੇਨਤੀ ਕਰਨੀ ਚਾਹੁੰਦਾ, ਮੈਂ ਜਿੰਨਾ ਮਰਜ਼ੀ ਯਤਨ ਕਰ ਲਵਾਂ ਮੇਰੇ ਤੋਂ ਉਹੋ ਜਿਹਾ ਨਹੀਂ ਬਣਨਾ ਜਿਹੋ ਜਿਹਾ ਤੁਸੀਂ ਚਾਹੁੰਦੇ ਹੋ। ਤੁਸੀਂ ਆਪ ਕਿਰਪਾ ਕਰੋਗੇ, ਮਿਹਰ ਕਰੋਗੇ, ਇਹ ਥੜਾ ਤਾਂ ਉਹੋ ਜਿਹਾ ਬਣੇਗਾ ਜਿਹੋ ਜਿਹਾ ਤੁਸੀਂ ਚਾਹੁੰਦੇ ਹੋ। ਮਹਾਰਾਜ ਨੇ ਘੁੱਟ ਕੇ ਗਲ ਨਾਲ ਲਾ ਲਿਆ। ਸਾਹਿਬ ਕਹਿੰਦੇ ਬਸ ਇਹੋ ਜਿਹਾ ਥੜਾ ਚਾਹੀਦਾ ਸੀ। ਅੰਦਰ ਉਹ ਧੀਰ ਜੋ ਸਹਿਜ ਕਿਵੇਂ ਦਾ ਹੈ। ਮਹਾਰਾਜ ਦਾਤੇ ਨੇ ਫਿਰ ਕਿਰਪਾ ਕੀਤੀ, ਮਿਹਰਮਤ ਕੀਤੀ। ਸਤਿਗੁਰਾਂ ਨੇ ਐਲਾਨ ਕਰ ਦਿੱਤਾ ਵੀ ਸਾਡੇ ਤੋਂ ਬਾਅਦ ਤਖਤ ਦੇ ਉੱਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਬੈਠਣਗੇ। ਆਖਿਆ ਬਾਬਾ ਬੁੱਢਾ ਜੀ ਨੇ ਇਹਨਾਂ ਨੂੰ ਇਸ਼ਨਾਨ ਕਰਾਓ। ਇਸ਼ਨਾਨ ਕਰਵਾ ਕੇ ਸਵੱਛ ਬਸਤਰ ਜਿਹੜੇ ਨੇ ਉਹਨਾਂ ਦੇ ਤਨ 'ਤੇ ਧਾਰਨ ਕਰਵਾਏ। ਅਤੇ ਜਦੋਂ ਆਪਾਂ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਦਰਸ਼ਨ ਕਰਦੇ ਹਾਂ, ਮੁੱਖ ਦਰਬਾਰ ਦੇ ਉਸ ਥੜਾ ਸਾਹਿਬ ਦੇ ਵੀ, ਜਿੱਥੇ ਫਿਰ ਮਹਾਰਾਜ ਜੀ ਨੇ ਤਖਤ 'ਤੇ ਜਦੋਂ ਬਿਠਾਇਆ ਨਾ, ਅਤੇ ਤਖਤ 'ਤੇ ਬਿਠਾ ਕੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਪਹਿਲਾਂ ਮੱਥਾ ਟੇਕਿਆ। ਮੱਥਾ ਟੇਕ ਕੇ ਪਰਿਕਰਮਾ ਕੀਤੀ। ਬਾਬਾ ਬੁੱਢਾ ਜੀ ਹੁਣਾਂ ਨੇ ਮਰਿਆਦਾ ਨਿਭਾਈ। ਗੁਰੂ ਅਮਰਦਾਸ ਮਹਾਰਾਜ ਉਮਰਾ ਦੇ ਵਿੱਚ, ਸਰੀਰਕ ਉਮਰਾ ਵਿੱਚ ਗੁਰੂ ਰਾਮਦਾਸ ਜੀ ਦੇ ਨਾਲੋਂ 55 ਸਾਲ ਵੱਡੇ ਸਨ। ਅਤੇ ਆਪਾਂ ਆਮ ਦੇਖੀਏ ਪੋਤਰਿਆਂ ਵਾਲੀ ਉਮਰ ਹੋ ਜਾਂਦੀ ਹੈ। ਗੁਰੂ ਅਮਰਦਾਸ ਮਹਾਰਾਜ ਜੀ ਦਾ ਪ੍ਰਕਾਸ਼ 1479 ਦਾ, ਅਤੇ ਇੱਧਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ 1534 ਦਾ, 55 ਸਾਲ ਦਾ ਫਰਕ ਹੈ। ਲੇਕਿਨ ਜਿੱਥੇ ਜੋਤ ਟਿਕ ਗਈ, ਅੱਜ 55 ਸਾਲ ਵੱਡੇ ਧੰਨ ਗੁਰੂ ਅਮਰਦਾਸ ਜੀ ਨੇ ਆਪਣੇ ਤੋਂ 55 ਸਾਲ ਛੋਟੇ ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਵੀ ਤਖਤ ਤੁਹਾਨੂੰ ਦੇ ਦਿੱਤਾ। ਰਾਮਦਾਸ ਸੋਢੀ ਤਿਲਕ ਦੀਆ, ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਉਹ ਮਾਲਕ ਨੇ ਜਦੋਂ ਇਹ ਤਖਤ ਦਿੱਤਾ, ਬਾਬਾ ਬੁੱਢਾ ਜੀ ਨੇ ਮਰਿਆਦਾ ਨਿਭਾਈ। ਹੁਣ ਬਾਬਾ ਬੁੱਢਾ ਜੀ ਨੇ ਮੱਥਾ ਟੇਕਿਆ, ਅਤੇ ਹੁਣ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਬੱਚਿਆਂ ਨੂੰ ਵੀ ਕਹਿੰਦੇ। ਬਾਬਾ ਮਹਾਂਦੇਵ ਜੀ ਇਨਕਾਰ ਕਰ ਗਏ। ਉਹਦੇ ਤੋਂ ਬਾਅਦ ਜਦੋਂ ਬਾਬਾ ਮੋਹਨ ਜੀ ਅਤੇ ਬਾਬਾ ਮੋਹਰੀ ਜੀ, ਗੁਰੂ ਅਮਰਦਾਸ ਜੀ ਦੇ ਦੋ ਸਪੁੱਤਰ ਨੇ, ਆਖਿਆ ਵੀ ਮੱਥਾ ਟੇਕੋ। ਬਾਬਾ ਮੋਹਨ ਜੀ ਹੋਣਾ ਨੇ ਐਸਾ ਨਹੀਂ ਕੀਤਾ। ਬਾਬਾ ਮੋਹਰੀ ਜੀ ਹੋਣਾ ਦਾ ਫਿਰ ਖਾਸ ਕਰਕੇ ਲਿਖਿਆ, ਜਦੋਂ ਗੁਰੂ ਅਮਰਦਾਸ ਜੀ ਨੇ ਆਪਣੀ ਵਸੀਅਤ ਕੀਤੀ, ਜੋ ਆਪਾਂ ਸੱਦ ਬਾਣੀ ਵਸੀਅਤਨਾਮਾ ਕਹਿੰਦੇ, ਬਾਬਾ ਸੁੰਦਰ ਜੀ ਨੇ ਉਹਨੂੰ ਅੱਖਰੀ ਜਾਮਾ ਪਹਿਨਾਇਆ। ਜਦੋਂ ਬਚਨ ਲਿਖੇ ਆ ਨਾ, ਅਤੇ ਉੱਥੇ ਬੋਲ ਜਿਹੜੇ ਨੇ ਇਹ ਬਚਨ ਇਸ ਤਰ੍ਹਾਂ ਅੰਕਿਤ ਕੀਤੇ ਆ। ਕਹਿੰਦੇ ਜਦੋਂ ਸਤਿਗੁਰਾਂ ਨੇ ਆਖਿਆ, ਸਭ ਪਵੈ ਪੈਰੀ
ਸਤਿਗੁਰੂ ਕੇਰੀ, ਜਿੱਥੇ ਗੁਰੂ ਆਪ ਰੱਖਿਆ, ਕੋਈ ਕਰ ਬਖੀਲੀ ਨਿਵੈ ਨਾਹੀ, ਫਿਰ ਸਤਿਗੁਰੂ ਆਣ ਨਿਵਾਇਆ, ਹਰ ਗੁਰੈ ਭਾਣਾ ਦੀ ਵਡਿਆਈ, ਧੁਰ ਲਿਖਿਆ ਲੇਖ ਰਜਾਏ ਜੀਓ, ਕਹੈ ਸੁੰਦਰ ਸੁਣੋ ਸੰਤੋ, ਸਭ ਜਗਤ ਪੈਰੀ ਪਾਏ ਜੀਓ। ਕਹਿੰਦੇ ਹੁਣ ਸਾਰਾ ਸੰਸਾਰ ਜਿੱਥੇ ਗੁਰੂ ਮਹਾਰਾਜ ਜੀ ਨੇ ਆਪ, ਸਤਿਗੁਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੀ ਸਰੀਰਕ ਹਯਾਤੀ ਦੇ ਵਿੱਚ ਹੁੰਦਿਆਂ ਹੋਇਆਂ, ਸਤਿਗੁਰੂ ਪ੍ਰਤੱਖ ਹੁੰਦਾ ਹੈ। ਕਹਿੰਦੇ ਉਹ ਆਪਣੇ ਪ੍ਰਤੱਖ ਹੁੰਦਿਆਂ ਬਹਿਰਾਜ ਆਪ ਟਿਕਾਇਆ, ਮੋਹਰੀ ਪੁੱਤ ਸਨਮੁਖ ਹੋਇਆ। ਉੱਥੇ ਫਿਰ ਬਾਬਾ ਮੋਹਰੀ ਜੀ ਉਹਨਾਂ ਨੂੰ ਸਨਮੁਖ ਲਿਖਿਆ ਵੀ ਉਹ ਸਨਮੁਖ ਹੋ ਕੇ ਮੱਥਾ ਟੇਕਿਆ। ਮੋਹਰੀ ਪੁੱਤ ਸਨਮੁਖ ਹੋਇਆ, ਰਾਮਦਾਸੈ ਪੈਰੀ ਪਾਏ ਜੀਓ। ਉਹ ਗੁਰੂ ਰਾਮਦਾਸ ਜੀ ਦੇ ਚਰਨਾਂ ਤੇ ਮੱਥਾ ਟੇਕਿਆ। ਗੁਰੂ ਅਮਰਦਾਸ ਮਹਾਰਾਜ ਬਾਬਾ ਮੋਹਰੀ ਜੀ ਨੂੰ ਪੁੱਛਦੇ ਆ, ਕਹਿੰਦੇ ਵੀ ਇਹ ਕਈ ਵਾਰੀ ਹੁੰਦਾ ਨਾ, ਬੰਦਾ ਕਿਸੇ ਦੇ ਕਹਿ ਕਵਾਏ ਤੇ ਸੀਸ ਤਾਂ ਨਵਾ ਦਿੰਦਾ, ਅੰਦਰ ਭਾਵਨਾ ਨਹੀਂ ਹੁੰਦੀ। ਕਹਿੰਦੇ ਤੁਸੀਂ ਕੀ ਸਮਝ ਕੇ ਮੱਥਾ ਟੇਕਿਆ? ਉਹਨਾਂ ਆਖਿਆ ਜੀ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਨੂੰ ਆਪਣਾ ਰੂਪ ਜਾਣਿਆ, ਜਿਵੇਂ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਆਪ ਜੀ ਨੂੰ ਆਪਣਾ ਰੂਪ ਜਾਣਿਆ, ਮੈਂ ਅੱਜ ਇਹਨਾਂ ਨੂੰ ਚੌਥੇ ਨਾਨਕ ਜਾਣ ਕੇ ਮੱਥਾ ਟੇਕਿਆ। ਬਈ ਇਹ ਚੌਥੇ ਨਾਨਕ ਧੰਨ ਗੁਰੂ ਰਾਮਦਾਸ, ਇਹਨਾਂ ਵਿੱਚ ਜੋਤ ਟਿਕੀ ਹੈ। ਕਹਿੰਦੇ ਮੈਂ ਇਹ ਜਾਣ ਕੇ ਇਹਨਾਂ ਦੇ ਚਰਨਾਂ ਵਿੱਚ ਨਮਸਕਾਰ ਕੀਤੀ, ਮੈਂ ਇਹਨਾਂ ਨੂੰ ਨਤਮਸਤਕ ਹੋਇਆ। ਮਹਾਰਾਜ ਗੁਰੂ ਰਾਮਦਾਸ ਜੀ ਤਖਤ ਤੇ ਬੈਠੇ ਤੇ ਵੇਖੋ ਖੇਡ ਕੈਸੀ ਵਾਪਰੀ। ਜਦੋਂ ਮਹਾਰਾਜ ਬੈਠੇ ਨਾ ਤੇ ਗੁਰੂ ਅਮਰਦਾਸ ਜੀ ਕਹਿੰਦੇ ਆ ਹੱਥ ਜੋੜ ਕੇ, ਆਪ ਥੱਲੇ ਬਹਿ ਗਏ ਗੁਰੂ ਅਮਰਦਾਸ ਜੀ, ਹੱਥ ਜੋੜ ਕੇ ਕਹਿੰਦੇ ਧੰਨ ਗੁਰੂ ਰਾਮਦਾਸ, ਇਹ ਜੋ ਸੰਗਤ ਹੈ ਅੱਜ ਇਕੱਤਰ ਹੋਈ, ਤੁਸੀਂ ਗੁਰੂ ਨਾਨਕ ਦੇ ਘਰ ਦੇ ਚੌਥੇ ਵਾਰਸ ਬਣੇ ਹੋ, ਇਹ ਤੁਹਾਡੀ ਰਸਨਾ ਤੋਂ ਕੁਝ ਸੁਣਨਾ ਚਾਹੁੰਦੇ ਆ, ਇਹਨਾਂ ਨੂੰ ਕੋਈ ਬਚਨ ਸੁਣਾਓ, ਸਿੱਖਿਆ ਦਿਓ। ਮਹਾਰਾਜ ਜੀ ਗੁਰੂ ਰਾਮਦਾਸ ਜੀ ਨੇ ਨੇਤਰ ਬੰਦ ਕਰ ਲਏ। ਤੇ ਜਦੋਂ ਅੱਜ ਵੀ ਤੁਸੀਂ ਦੁਨਿਆਵੀ ਤੌਰ ਤੇ ਵੀ ਕਿਸੇ ਬੰਦੇ ਨੂੰ ਕੋਈ ਵੱਡਾ ਮਰਾਤਬਾ ਮਿਲੇ ਤੇ ਬਹੁਤ ਜੀਵਨ ਹੁੰਦੇ ਜਿਨ੍ਹਾਂ ਨੂੰ ਆਪਣਾ ਪਿਛੋਕੜ ਚੇਤੇ ਆ ਜਾਂਦਾ ਵੀ ਮੈਂ ਕੀ ਸਾਂ ਤੇ ਕੀ ਬਣ ਗਿਆ। ਗੁਰੂ ਰਾਮਦਾਸ ਮਹਾਰਾਜ ਅੱਜ ਉਹ ਸੱਚੇ ਤਖਤ ਤੇ ਬੈਠੇ ਤੇ ਬੈਠ ਕੇ ਜਦੋਂ ਆਖਿਆ ਨਾ, ਗੁਰੂ ਅਮਰਦਾਸ ਜੀ ਕਹਿੰਦੇ ਕੁਝ ਸੁਣਾਓ, ਤੇ ਮਹਾਰਾਜ ਨੇ ਨੇਤਰ ਬੰਦ ਕੀਤੇ। ਲਾਹੌਰ ਚੇਤੇ ਆ ਗਿਆ ਵੀ ਤੁਸੀਂ ਤਾਂ ਲਾਹੌਰ ਘੁੰਗਣੀਆਂ ਵੇਚਦੇ ਸੀ, ਗਲੀਆਂ 'ਚ ਆਵਾਜ਼ਾਂ ਦੇ ਦੇ। ਮਾਤਾ ਪਿਤਾ 7 ਸਾਲ ਦੀ ਉਮਰ ਚਲੇ ਗਏ। ਲੋਕ ਆਪਣੇ ਦਰਵਾਜ਼ੇ ਬੰਦ ਕਰ ਲੈਂਦੇ ਸਨ ਵੀ ਇਹ ਸਾਡੇ ਘਰ ਨਾ ਆ ਜਾਵੇ। ਆਪਣੇ ਬੱਚਿਆਂ ਨੂੰ ਨਾਲ ਨਹੀਂ ਸਨ ਖੇਡਣ ਦਿੰਦੇ। ਕੋਈ ਪਾਣੀ ਤੱਕ ਪੁੱਛ ਕੇ ਰਾਜੀ ਨਹੀਂ ਸੀ। ਤੁਸੀਂ ਬਾਸਰ ਕੇ ਕੁਝ ਕੀਤਾ। ਸਾਰਾ ਕੁਝ ਵੇਖ ਕੇ ਮਹਾਰਾਜ ਬੈਰਾਗ ਨਾਲ ਭਰੇ ਤੇ ਉੱਥੇ ਇੱਕ ਬਚਨ ਉਚਾਰਿਆ, ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ, ਜਬ ਗੁਰ ਬੋਲੇ ਤਬ ਬਿਸਮ ਹੋਏ ਜਾਏ। ਹਮ ਜੈਸੇ अपराधी अवर कोई राखै, जैसे हम सतगुर राख लिए छड़ाए। अखीर ते जाके आख्या, जो हमरी बिद होती मेरे सतगुरा, सा बिद तुम हर जानो आपे, हम रुलते फिरते कोई बात न पूछता, गुर सतगुर संग कीरे हम थापे। धन धन गुरु नानक जन केरा जित मिलिया चूके, सब सोग संतापे। दाता साडी किस बात पुछनी सी, ਇਹ ਤਾਂ ਗੁਰੂ ਨਾਨਕ ਦੇ ਘਰ ਨੇ ਐਡੀ ਕਿਰਪਾ ਕੀਤੀ, ਮੇਰਾਮਤ ਕੀਤੀ, ਰਹਿਮਤ ਕੀਤੀ, ਸਾਡੇ ਵਰਗਿਆਂ ਨੂੰ ਆਪਣੇ ਚਰਨਾਂ ਨਾਲ ਜੋੜਿਆ ਹੀ ਨਾ। ਬਈ ਅੱਜ ਮਹਾਰਾਜ ਸੋਚਦੇ ਆ, ਵਿਚਾਰਦੇ ਆ ਵੀ ਕਿੱਥੇ ਦਾਤੇ ਨੇ ਆਪਣੇ ਘਰ 'ਚੋਂ ਰਿਸ਼ਤਾ ਨਾਤਾ ਜੋੜਿਆ ਤੇ ਕਿੱਥੇ ਅੱਜ ਤਖਤ ਦਾ ਮਾਲਕ ਬਣਾ ਦਿੱਤਾ। ਏਡੀਆਂ ਵੱਡੀਆਂ ਰਹਿਮਤਾਂ। ਤੇ ਮਹਾਰਾਜ ਤਖਤ ਦੇ ਉੱਤੇ ਬੈਠੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਕਿਉਂਕਿ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪ ਇਹ ਦਾਤ ਦਿੱਤੀ। ਤੇ ਜਿਨ੍ਹਾਂ ਲਈ ਇਹ ਕਹਿੰਦੇ ਸਨ ਬਈ ਇਹ ਕੀ ਕਰਨਗੇ ਜ਼ਿੰਦਗੀ 'ਚ, ਕਿਵੇਂ ਇਹਨਾਂ ਦਾ ਟਾਈਮ ਲੰਘੇਗਾ, ਜੀਵਨ ਕਿਵੇਂ ਗੁਜ਼ਰੇਗਾ, ਅੱਜ ਸਾਰਾ ਜਗਤ ਉਸ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਸ਼ਰਨ ਨੂੰ ਲੋੜਦਾ। ਜਦੋਂ ਅਸੀਂ ਅੰਮ੍ਰਿਤ ਵੇਲੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਤੇ ਮੁੱਖ ਵਾਕ ਤੋਂ ਪਹਿਲਾਂ ਹਰ ਦਿਨ ਅਖੀਰ ਤੇ ਸਵਈਆ ਜਦੋਂ ਪੜ੍ਹਿਆ ਜਾਂਦਾ ਭੱਟ ਕੀਰਤ ਜੀ ਹੋਣਾ ਦਾ, ਉਹ ਮਾਨੋ ਹਰ ਇੱਕ ਜੀਵ ਦੀ ਅਰਦਾਸ ਹੈ ਕਿ ਹਮ ਅਵਗਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ, ਤੇ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਤੇ ਜਦੋਂ ਬਾਬੇ ਸੱਤੇ ਬਲਵੰਡ ਨੇ ਲਿਖਿਆ
ਉਹਨਾਂ ਆਖਿਆ, ਸੰਗਤ ਨੇ ਕੀ ਜਾਣ ਕੇ ਮਹਾਰਾਜ ਨੂੰ ਨਮਸਕਾਰ ਕੀਤੀ। ਉਹ ਕਹਿੰਦੇ, ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ, ਆਪ ਸਿਰਜਣਹਾਰੈ ਧਾਰਿਆ, ਸਿੱਖੀ ਅਤੇ ਸੰਗਤੀ, ਪਾਰ ਬ੍ਰਹਮ ਕਰ ਨਮਸਕਾਰਿਆ। ਤੇ ਉੱਥੇ ਇੱਕ ਬਚਨ ਲਿਖਿਆ, ਨਾਨਕ ਤੂੰ ਲੈਣਾ ਤੂੰ ਹੈ, ਗੁਰ ਅਮਰ ਤੂੰ, ਵਿਚਾਰਿਆ ਗੁਰ ਡਿਠਾ ਤਾਂ ਮਨ ਸਾਧਾਰਿਆ। ਕਹਿੰਦੇ ਉਹ ਦਾਤਾ ਐਸਾ ਜਿਸ ਦਾਤੇ ਨੂੰ ਪਾਰ ਬ੍ਰਹਮ ਜਾਣ ਕੇ ਨਮਸਕਾਰ ਕੀਤੀ। ਉਹ ਸਤਿਗੁਰੂ ਦਾਤੇ ਦਾ ਗੁਰਤਾ ਗੱਦੀ ਦਿਵਸ, ਜਿਸ ਮਾਲਕ ਦੇ ਦਰ ਦੇ ਲਈ ਜਦੋਂ ਸ਼ਬਦ ਆਪਾਂ ਪੜ੍ਹਦੇ ਹਾਂ, ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ, ਬੱਧੋ ਪੁਰਖ ਵਿਦਾਤੇ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰ ਹਾਂ ਨਾਨਕ ਕਸਮਲ ਜਾਹੇ, ਨਾਇਐ ਰਾਮਦਾਸ ਸਰ। ਗੁਰੂ ਰਾਮਦਾਸ ਮਹਾਰਾਜ ਜੀ ਦੇ ਗੁਰਤਾ ਗੱਦੀ ਦਿਵਸ ਦੀਆਂ ਆਪ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ, ਮੁਬਾਰਕਾਂ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਕੀਆਂ ਕਥਾ ਕਹਾਂ